ਓਮ ਸ਼ਾਂਤੀ। ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਕਸਰ ਕਰਕੇ ਦੇਖਿਆ ਜਾਂਦਾ ਹੈ ਕਿ ਹਰ ਇਨਸਾਨ ਛੋਟੇ ਤੋਂ ਵੱਡਾ ਔਰ ਬਜ਼ੁਰਗ ਹੌਲੀ-ਹੌਲੀ ਇਲਨੈਸ ਦੀ ओर ਵੱਧ ਰਿਹਾ ਹੈ। ਲੇਕਿਨ ਇਸ ਦੇ ਕਾਰਨ ਨੂੰ ਲੱਭਣਾ, ਸੋਚਣਾ ਔਰ ਉਸ ਦੇ ਬਾਰੇ ਜਾਣਨਾ ਸਾਡੇ ਲਈ ਔਰ ਆਉਣ ਵਾਲੀ ਜਨਰੇਸ਼ਨ ਲਈ, ਪੀੜ੍ਹੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਅੱਜ ਆਪਣੇ ਦੁਆਲੇ ਜਿੱਥੇ ਵੀ ਦੇਖਦੇ ਹਾਂ, ਅਕਸਰ ਕਰਕੇ ਦੇਖਿਆ ਜਾਂਦਾ ਹੈ ਕਿ ਛੋਟਾ ਬੱਚਾ ਹੈ, ਪੜ੍ਹਨ ਵਾਲਾ ਸਟੂਡੈਂਟ ਹੈ, ਜਵਾਨ ਹੈ, ਅਡਲਟ ਹੈ ਜਾਂ ਬਜ਼ੁਰਗ ਹੈ। ਅਕਸਰ ਤੁਸੀਂ ਸਭ ਨੂੰ ਦੇਖੋਗੇ ਕਿ ਕਿਸੇ ਨੂੰ ਜਾਂ ਤਾਂ ਫਿਜ਼ੀਕਲ ਹੈਲਥ ਦੇ ਇਸ਼ੂ ਹੈ, ਕਿਸੇ ਨੂੰ ਮੈਂਟਲ ਹੈਲਥ, ਕਿਸੇ ਨੂੰ ਇਮੋਸ਼ਨਲ ਹੈਲਥ, ਕਿਸੇ ਨੂੰ ਆਪਣੇ ਪਰਿਵਾਰ ਤੋਂ ਪ੍ਰੋਬਲਮ ਹੈ, ਕਿਸੇ ਨੂੰ ਉਸਦੇ ਆਪਣੇ ਹੀ ਹੈਲਥ ਵਿੱਚ ਉਲਝਿਆ ਹੋਇਆ ਦੇਖੋਗੇ ਔਰ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਵਿੱਚ ਉਲਝਿਆ ਹੋਇਆ ਦੇਖੋਗੇ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਹੈ ਉਹ ਸਾਡੀ ਓਵਰਆਲ ਜ਼ਿੰਦਗੀ ਦੇ ਉੱਪਰ ਪੈਂਦਾ ਹੈ। ਕਾਰਨ ਕੀ ਹੈ ਕਿ ਕਿਆ ਅਸੀਂ ਛੋਟੇਪਨ ਤੋਂ ਹੀ ਕਿੰਨਾ ਕੰਮਾਂ ਦੇ ਵਿੱਚ, ਕਿੰਨਾ ਚੀਜ਼ਾਂ ਦੇ ਵਿੱਚ ਇੰਨਾ ਉਲਝ ਜਾਂਦੇ ਹਾਂ ਕਿ ਅਸੀਂ ਆਪਣੀ ਐਗਜ਼ਿਸਟੈਂਸ ਨੂੰ ਹੀ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਇਹ ਨਹੀਂ ਪਤਾ ਚੱਲਦਾ ਮੈਂ ਇਹ ਸਰੀਰ ਨਹੀਂ ਹਾਂ, ਲੇਕਿਨ ਮੈਂ ਇਸ ਸਰੀਰ ਨੂੰ ਚਲਾਉਣ ਵਾਲੀ ਇੱਕ ਚੇਤਨ ਸਤਾ ਸ਼ਕਤੀ, ਇੱਕ ਰੂਹ ਹਾਂ, ਇੱਕ ਆਤਮਾ ਹਾਂ ਔਰ ਮੁਝ ਆਤਮਾ ਦੀ ਇੱਕ ਜੀਵਨੀ ਸ਼ਕਤੀ ਹੈ ਜਿਸ ਦੇ ਕਰਕੇ ਇਹ ਸਾਰਾ ਜੀਵਨ ਚੱਲ ਰਿਹਾ ਹੈ। ਜਦੋਂ ਇਹ ਜੀਵਨੀ ਸ਼ਕਤੀ ਰਾਈਟ ਡਾਇਰੈਕਸ਼ਨ ਵਿੱਚ ਕੰਮ ਕਰਦੀ ਹੈ, ਚੱਲਦੀ ਹੈ, ਤਾਂ ਮੇਰਾ ਪੂਰਾ ਜੀਵਨ ਸਰਲ ਹੁੰਦਾ ਹੈ ਔਰ ਸਸ਼ਕਤ ਹੁੰਦਾ ਹੈ। ਲੇਕਿਨ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜਦੋਂ ਸਾਡੇ ਪੂਰੇ ਲਾਈਫ ਦੇ ਜਾਂ ਪੂਰੇ ਦਿਨਚਰਿਆ ਵਿੱਚ ਬਹੁਤ ਸਾਰੇ ਪ੍ਰੋਬਲਮਸ, ਬਹੁਤ ਸਾਰੇ ਸਿਚੁਏਸ਼ਨਸ ਔਰ ਕੰਡੀਸ਼ਨਸ ਕੁਝ ਐਸੇ ਆਉਂਦੇ ਨੇ, ਸਰਕਮਸਟੈਂਸਿਸ, ਅਸੀਂ ਉਹਨਾਂ ਦੇ ਵਿੱਚ ਇੰਨੇ ਉਲਝ ਜਾਂਦੇ ਹਾਂ ਕਿ ਸਾਨੂੰ ਇਹ ਵੀ ਯਾਦ ਭੁੱਲ ਜਾਂਦਾ ਹੈ ਕਿ ਇਸ ਪੂਰੀ ਸ੍ਰਿਸ਼ਟੀ ਦਾ ਮਾਲਿਕ ਯਾਨੀ ਕਿ ਪਰਮਾਤਮਾ, ਪਰਮਪਿਤਾ ਪਰਮਾਤਮਾ ਉਹ ਹੈ ਜਿਸ ਦੀ ਛਤਰ ਛਾਇਆ ਦੇ ਵਿੱਚ ਰਹਿ ਕੇ ਅਸੀਂ ਆਪਣੀ ਬਹੁਤ ਸੋਹਣੀ ਜ਼ਿੰਦਗੀ ਜੀ ਸਕਦੇ ਹਾਂ। ਤੋ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਉਹ ਥੋੜੇ ਔਰ ਛੋਟੇ ਟਿਪਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਅਸੀਂ ਅਗਰ ਆਪਣੇ ਦਿਨ ਦੀ ਸ਼ੁਰੂਆਤ ਫਿਜ਼ੀਕਲ ਹੈਲਥ ਵਾਸਤੇ ਊਸ਼ਾ ਪਾਨ ਤੋਂ ਸ਼ੁਰੂ ਕਰੀਏ, ਯਾਨੀ ਕਿ ਸੁੱਤੇ ਉੱਠਦੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਆਪਣਾ ਪੈਰ ਜ਼ਮੀਨ 'ਤੇ ਰੱਖੋ, ਬੈੱਡ ਤੋਂ ਥੱਲੇ ਰੱਖੋ। ਉਸ ਤੋਂ ਬਾਅਦ ਊਸ਼ਾ ਪਾਨ ਯਾਨੀ ਕਿ ਰਾਤ ਦਾ ਰੱਖਿਆ ਹੋਇਆ ਤਾਂਬੇ ਦੇ ਬਰਤਨ ਵਿੱਚ ਜਾਂ ਕਿਸੇ ਹੋਰ ਬਰਤਨ ਵਿੱਚ ਤੁਸੀਂ ਪਾਣੀ ਰੱਖਿਆ ਹੈ ਸੁਬਹ ਪੀਣ ਵਾਸਤੇ, 1 ਜਾਂ 2 ਜਾਂ 3 ਗਲਾਸ ਜੋ ਵੀ ਤੁਹਾਡੀ ਕੈਪੈਸਿਟੀ ਹੈ, ਉਸ ਕੈਪੈਸਿਟੀ ਅਨੁਸਾਰ ਤੁਸੀਂ ਊਸ਼ਾ ਪਾਨ ਕਰੋ। ਆਰਾਮ ਨਾਲ ਬੈਠ ਕੇ ਸੁਖਪੂਰਵਕ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਉਹ ਪਾਣੀ ਤੁਸੀਂ ਪੀਓ ਔਰ ਉਹ ਊਸ਼ਾ ਪਾਨ ਕਰਨ ਤੋਂ ਬਾਅਦ ਹੀ ਤੁਸੀਂ ਆਪਣੀ ਡੇਲੀ ਦੀ ਰੂਟੀਨ ਸ਼ੁਰੂ ਕਰੋ। ਸਭ ਤੋਂ ਪਹਿਲਾਂ ਨਹਾ ਧੋ ਕੇ, ਸਵੱਛ ਕੱਪੜੇ ਪਾ ਕੇ, ਅਗਰ ਕੁਝ ਸਮੇਂ ਪ੍ਰਾਣਾਯਾਮ ਯਾਨੀ ਕਿ ਪੰਜ ਪ੍ਰਾਣ ਔਰ ਉਪ ਪ੍ਰਾਣ ਉਹਨਾਂ ਨੂੰ ਐਕਟੀਵੇਟ ਕਰਨ ਲਈ ਕੁਝ ਪ੍ਰਾਣਾਯਾਮ ਕਰੋ, ਕੁਝ ਯੋਗ ਆਸਨਾਸ ਜੋ ਕਿ ਫਿਜ਼ੀਕਲ ਹੈਲਥ ਵਾਸਤੇ ਬਹੁਤ ਜ਼ਰੂਰੀ ਹੈ ਇਸ ਪੰਜ ਤੱਤਵ ਦੇ ਸਰੀਰ ਨੂੰ ਵੀ ਸੰਭਾਲਣਾ। ਕਿਉਂਕਿ ਅਗਰ ਅਸੀਂ ਸਿਰਫ ਆਤਮਾ ਦੇ ਉੱਪਰ ਧਿਆਨ ਦਿੰਦੇ ਹਾਂ ਔਰ ਸਰੀਰ ਨੂੰ ਇਗਨੋਰ ਕਰਦੇ ਹਾਂ ਤਾਂ ਸਰੀਰ ਨੂੰ ਜਦੋਂ ਦੁੱਖ ਆਉਂਦਾ ਹੈ ਤਾਂ ਆਤਮਾ ਹੀ ਭੋਗਦੀ ਹੈ। ਬੇਸ਼ੱਕ ਛੋਟੇ ਪ੍ਰੋਬਲਮਸ ਜਾਂ ਵੱਡੇ ਡਿਜ਼ੀਜ਼ਸ ਮੈਨੀਫੈਸਟ ਤਾਂ ਬਾਡੀ ਵਿੱਚ ਹੁੰਦੇ ਨੇ, ਲੇਕਿਨ ਉਹ ਓਰੀਜਿਨੇਟ ਮਨ ਤੋਂ ਹੁੰਦੇ ਨੇ। ਤਾਂ ਜੇ ਅਸੀਂ ਆਪਣੇ ਮਨ ਦੇ ਨਾਲ ਸਰੀਰ ਦਾ ਧਿਆਨ ਰੱਖੀਏ ਔਰ ਸਰੀਰ ਦੇ ਨਾਲ ਮਨ ਦਾ ਧਿਆਨ ਰੱਖੀਏ ਤਾਂ ਦੋਨਾਂ ਦੇ ਮੇਲ ਦੇ ਨਾਲ ਸਾਡੀ ਜ਼ਿੰਦਗੀ ਦਾ ਸਫ਼ਰ ਬਹੁਤ ਆਸਾਨ ਹੋ ਜਾਂਦਾ ਹੈ। ਤਾਂ ਕੁਝ ਯੋਗ ਆਸਨਾਸ ਜਾਂ ਐਕਸਰਸਾਈਜ਼ ਜਾਂ ਮਾਰਨਿੰਗ ਵਾਕ ਕਰਨ ਦੇ ਨਾਲ ਤੁਸੀਂ ਆਪਣੀ ਕੋਈ ਵੀ ਭਜਨ ਸੁਣ ਸਕਦੇ ਹੋ, ਇੱਕ ਅੱਛੀ ਨੌਲੇਜ ਨੂੰ ਗ੍ਰਹਿਣ ਕਰ ਸਕਦੇ ਹੋ, ਡੇਲੀ ਗੁੱਡ ਨੌਲੇਜ ਜਾਂ ਸਾਤਵਿਕ ਨੌਲੇਜ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹੋ। ਤੇ ਫਿਰ ਉਸ ਤੋਂ ਬਾਅਦ ਆਪਣੇ ਦਿਨ ਦੀ ਸ਼ੁਰੂਆਤ ਕਰੋ। ਜਦੋਂ ਇੱਕ ਦਿਨ ਦੀ ਸ਼ੁਰੂਆਤ ਸਵੇਰ ਤੋਂ ਹੀ ਇੱਕ ਬਿਗਨਿੰਗ ਬਹੁਤ ਹੀ ਸਾਤਵਿਕ, ਬਹੁਤ ਹੀ ਐਨਰਜੈਟਿਕ ਔਰ ਬਹੁਤ ਹੀ ਪੋਜ਼ਿਟਿਵ ਹੋਏਗੀ ਤਾਂ ਤੁਹਾਡਾ ਸਾਰਾ ਦਿਨ ਹੀ ਬਹੁਤ ਸੋਹਣਾ ਲੰਘੇਗਾ। ਔਰ ਜਦੋਂ ਸਾਰਾ ਦਿਨ ਅੱਛਾ ਲੰਘੇਗਾ, ਰਾਤ ਨੂੰ ਜਲਦੀ ਘਰ ਵਾਪਸ ਆ ਕੇ ਥੋੜਾ ਟਾਈਮ ਆਪਣੇ ਵਾਸਤੇ ਕੱਢੋ, ਆਪਣੇ ਪਰਿਵਾਰ ਦੇ ਨਾਲ ਬੈਠੋ ਔਰ ਇੱਕ ਅੱਛੀ ਹੈਲਦੀ ਰੂਟੀਨ, ਇੱਕ ਹੈਲਦੀ ਲਾਈਫ ਨੂੰ ਇੰਜੋਏ ਕਰੋ। ਫਿਰ ਜਦੋਂ ਤੁਸੀਂ ਟਾਈਮ ਨਾਲ ਜਲਦੀ ਸੋ ਜਾਂਦੇ ਹੋ, 9:30 ਜਾਂ ਹੱਦ 10 ਵਜੇ ਤੱਕ ਜਦੋਂ ਆਪਾਂ ਸੋ ਜਾਂਦੇ ਹਾਂ, 10 ਤੋਂ ਲੈ ਕੇ ਸਵੇਰੇ 4 ਵਜੇ ਤੱਕ 6 ਘੰਟੇ ਦੀ ਨੀਂਦ ਸਾਡੇ ਵਾਸਤੇ ਇਨਫ ਹੈ। ਤੋ ਇਸ ਤਰੀਕੇ ਦੀ ਲਾਈਫ ਨੂੰ ਬੈਲੈਂਸ ਤਰੀਕੇ ਨਾਲ ਜੀਣ ਨਾਲ ਸਾਡੀ ਜ਼ਿੰਦਗੀ ਵੀ ਆਰਾਮਦਾਇਕ ਚੱਲਦੀ ਹੈ, ਮਨ 'ਤੇ ਇੱਕ ਸਕੂਨ ਬਣਿਆ ਰਹਿੰਦਾ ਹੈ ਔਰ ਹੈਲਥ ਵੀ ਬਹੁਤ ਅੱਛੀ ਰਹੇਗੀ। ਲੇਕਿਨ ਜਦੋਂ ਅਸੀਂ ਆਪਣਾ 90% ਕੰਮ ਨੂੰ ਦਿੰਦੇ ਹਾਂ ਔਰ ਸਿਰਫ 10% ਹੀ ਅਸੀਂ ਆਪਣੇ ਖਾਣੇ ਨੂੰ ਜਾਂ ਆਪਣੀ ਦਿਨਚਰਿਆ ਨੂੰ ਦਿੰਦੇ ਹਾਂ ਤਾਂ ਸਾਡਾ ਪੂਰਾ ਬੈਲੈਂਸ ਵਿਗੜਦਾ ਹੈ। ਯਾਨੀ ਕਿ
ਜੇ ਸਾਡੀ ਲਾਈਫ ਦੇ ਵਿੱਚ ਬਿਊਟੀਫੁਲੀ ਬੈਲੈਂਸ ਮੇਨਟੇਨ ਹੈ ਤਾਂ ਸਾਡਾ ਪੂਰੀ ਜ਼ਿੰਦਗੀ ਬਹੁਤ ਅੱਛੀ ਚੱਲੇਗੀ। ਅਦਰਵਾਈਜ਼ ਹਰ ਕਿਸੇ ਨੇ ਨੋਟਿਸ ਕੀਤਾ ਹੋਏਗਾ ਕਿ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਜਦੋਂ ਅਸੀਂ ਸਿਰਫ ਕੰਮ ਔਰ ਕੰਮ ਦੇ ਵੱਲ ਧਿਆਨ ਦਿੰਦੇ ਹਾਂ ਔਰ ਬਾਕੀ ਸਾਰੇ ਫੈਕਟਰਸ ਨੂੰ ਇਗਨੋਰ ਕਰਦੇ ਹਾਂ ਤਾਂ ਸਾਡਾ ਬੈਲੈਂਸ ਆਊਟ ਹੁੰਦਾ ਹੈ। ਔਰ ਬੈਲੈਂਸ ਆਊਟ ਹੋਣ ਦੀ ਵਜ੍ਹਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਜੋ ਉਸ ਬਹੁਤ ਸੋਹਣੀ ਜ਼ਿੰਦਗੀ ਨੂੰ ਜੋ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ ਉਸ ਨੂੰ ਇੰਜੋਏ ਕਰਨ ਦੀ ਜਗ੍ਹਾ ਅਸੀਂ ਸਿਰਫ ਇੱਕ ਹਿਊਮਨ ਡੂਇੰਗ ਬਣ ਕੇ ਰਹਿ ਜਾਂਦੇ ਹਾਂ। ਹਿਊਮਨ ਬੀਇੰਗ ਦਾ ਮਤਲਬ ਕੀ ਹੈ ਕਿ ਆਪਣੇ ਐਗਜ਼ਿਸਟੈਂਸ ਨੂੰ ਪਹਿਚਾਨ ਕੇ, ਆਪਣੇ ਐਗਜ਼ਿਸਟੈਂਸ ਨੂੰ ਸਮਝ ਕੇ ਉਹਨੂੰ ਜੀਣਾ, ਉਹਦਾ ਸੁੱਖ ਮਾਣਨਾ ਔਰ ਖੁਸ਼ੀ-ਖੁਸ਼ੀ ਇਸ ਜੀਵਨ ਨੂੰ ਬਤੀਤ ਕਰਨਾ। ਲੇਕਿਨ ਇਹ ਕਰਨ ਦੇ ਜਗ੍ਹਾ ਅਸੀਂ ਜਦੋਂ ਸਿਰਫ ਆਪਣੇ ਕੰਮਾਂ ਵੱਲ ਹੀ ਧਿਆਨ ਦਿੰਦੇ ਹਾਂ, ਕਮਾਉਣ ਲਈ, ਚਾਹੇ ਉਹ ਭੋਜਨ ਹੈ, ਚਾਹੇ ਉਹ ਪੈਸਾ ਕਮਾਉਣਾ ਹੈ, ਚਾਹੇ ਉਹ ਸਾਡੀ ਸਟੱਡੀਜ਼ ਹੈ, ਚਾਹੇ ਉਹ ਸਾਡਾ ਕੰਮ ਔਰ ਧੰਦਾ ਹੈ, ਜਦੋਂ ਅਸੀਂ ਸਿਰਫ ਇਹਨਾਂ ਵੱਲ ਹੀ ਧਿਆਨ ਦਿੰਦੇ ਹਾਂ ਤਾਂ ਸਾਡਾ ਬੈਲੈਂਸ ਆਊਟ ਹੁੰਦਾ ਹੈ ਕਿਤੇ ਨਾ ਕਿਤੇ। ਔਰ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਸਾਡੀ ਹੈਲਥ ਸਫਰ ਕਰਦੀ ਹੈ, ਸਾਡਾ ਇਮੋਸ਼ਨਲ ਔਰ ਫੀਲਿੰਗਸ ਔਰ ਸਾਡੀ ਮੈਂਟਲ ਹੈਲਥ ਸਫਰ ਕਰਦੀ ਹੈ। ਔਰ ਜਦੋਂ ਸਾਡਾ ਮਾਨਸਿਕ ਤਣਾਵ ਸਾਡੀ ਜ਼ਿੰਦਗੀ ਵਿੱਚ ਵੱਧਦਾ ਹੈ ਉਹਦੇ ਕਰਕੇ ਸਾਡੇ ਫਿਜ਼ੀਕਲ ਬਾਡੀ ਵਿੱਚ ਡਿਜ਼ੀਜ਼ਸ ਮੈਨੀਫੈਸਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਕਰਕੇ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਾਨਸਿਕ ਤਣਾਵ ਤੋਂ ਹੀ ਸਾਡੀ ਬਾਡੀ ਦੇ ਵਿੱਚ, ਸਾਡੇ ਸਰੀਰ ਵਿੱਚ ਫਿਜ਼ੀਕਲ ਬਿਮਾਰੀਆਂ ਦਾ ਮੈਨੀਫੈਸਟੇਸ਼ਨ ਹੁੰਦਾ ਹੈ। ਯਾਨੀ ਕਿ ਅਗਰ ਅੱਜ ਕੋਈ ਵੀ ਵਿਅਕਤੀ ਇਸ ਚੀਜ਼ ਨੂੰ ਸੋਚ ਕੇ ਔਰ ਸਮਝ ਕੇ ਚੱਲੇ ਕਿ ਅਗਰ ਕਿਸੇ ਨੂੰ ਵੀ ਬੀਪੀ, ਥਾਇਰੋਇਡ, ਸ਼ੂਗਰ, ਡਾਇਬਟੀਜ਼, ਆਰਥਰਾਈਟਿਸ, ਸੋਰਾਇਸਿਸ ਜਾਂ ਕਿਸੇ ਵੀ ਤਰ੍ਹਾਂ ਦਾ ਕੋਲੇਸਟ੍ਰੋਲ, ਕੋਈ ਐਸੀਆਂ ਹੈਲਥ ਇਸ਼ੂਜ਼ ਹੈ ਜਾਂ ਇਸ ਤੋਂ ਵੀ ਘਾਤਕ ਬਿਮਾਰੀਆਂ ਹੈ, ਉਸ ਦਾ ਓਰੀਜਿਨੇਸ਼ਨ ਯਾਨੀ ਕਿ ਉਹਦੀ ਜੋ ਸ਼ੁਰੂਆਤ ਹੈ ਜਾਂ ਉਹਦੀ ਜੋ ਜੜ ਹੈ ਉਹ ਸਾਡਾ ਮਨ ਰਿਹਾ ਹੋਏਗਾ ਕਿਤੇ ਨਾ ਕਿਤੇ। ਸਾਡੇ ਮਨ ਦੇ ਵਿੱਚ ਜਦੋਂ ਕੋਈ ਪ੍ਰੋਬਲਮ, ਕੋਈ ਟੈਨਸ਼ਨ, ਕੋਈ ਦੁੱਖ, ਗਮ, ਚਿੰਤਾ ਜਾਂ ਫਿਕਰ ਇੱਦਾਂ ਦੀਆਂ ਕੋਈ ਭਾਵਨਾਵਾਂ ਪੈਦਾ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਉਹ ਡਿਜ਼ੀਜ਼ ਦਾ ਰੂਪ ਲੈ ਕੇ ਸਾਡੀ ਬਾਡੀ ਵਿੱਚ ਮੈਨੀਫੈਸਟ ਹੁੰਦੀਆਂ ਨੇ। ਔਰ ਜਦੋਂ ਸਾਡੀ ਬਾਡੀ ਵਿੱਚ ਇੱਕ ਡਿਜ਼ੀਜ਼ ਮੈਨੀਫੈਸਟ ਹੋ ਜਾਂਦਾ ਹੈ, ਅਸੀਂ ਕਦੇ ਵੀ ਇਹ ਲਿੰਕ ਨਹੀਂ ਕਰ ਪਾਉਂਦੇ ਕਿ 6 ਮਹੀਨੇ ਪਹਿਲਾਂ ਜਾਂ 3 ਮਹੀਨੇ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਮੇਰੇ ਮਨ 'ਤੇ ਜੋ ਫਿਜ਼ੀਕਲ, ਜੋ ਮੈਂਟਲ ਔਰ ਇਮੋਸ਼ਨਲ ਸਟ੍ਰੈਸ ਸੀ, ਦੁੱਖ ਸੀ, ਗਮ ਸੀ, ਚਿੰਤਾ ਸੀ, ਉਹਦੇ ਕਰਕੇ ਹੀ ਇੱਕ ਇਹ ਫਿਜ਼ੀਕਲ ਬਿਮਾਰੀ ਮੈਨੀਫੈਸਟ ਹੋਈ ਹੈ। ਅਸੀਂ ਉਹ ਲਿੰਕ ਨਹੀਂ ਕਰ ਪਾਉਂਦੇ ਬਿਕੋਜ਼ ਐਜ਼ ਅ ਲੇਮੈਨ ਅਸੀਂ ਇਹਨਾਂ ਚੀਜ਼ਾਂ ਨੂੰ ਕਈ ਵਾਰ ਸਮਝ ਨਹੀਂ ਪਾਉਂਦੇ। ਤੋ ਇਸੇ ਕਰਕੇ ਦੋਸਤੋ ਆਪਣੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਪਰਮਾਤਮਾ ਨੂੰ ਨਾਲ ਰੱਖੀਏ ਕਿਉਂਕਿ ਔਰ ਗੀਤਾ ਦੇ ਇਸ ਸਾਰ ਨੂੰ ਯਾਦ ਰੱਖੀਏ कि जो हुआ अच्छा हुआ, जो हो रहा है अच्छा हो रहा है और जो होगा वो बहुत ही अच्छा होगा। अगर इस गीता सार ਨੂੰ ਵੀ ਯਾਦ ਰੱਖੀਏ ਔਰ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਗਿਆ ਹੈ ਕਿ ਹੋਣੀ ਹੋ ਕੇ ਰਹਿੰਦੀ ਹੈ ਔਰ ਅਨਹੋਣੀ ਹੋ ਨਹੀਂ ਸਕਦੀ। ਯਾਨੀ ਕਿ ਕੁਝ ਵੀ ਐਸਾ ਘਟਿਤ ਹੁੰਦਾ ਹੀ ਨਹੀਂ ਹੈ ਜਿਹਨੂੰ ਅਸੀਂ ਅਨਹੋਣੀ ਕਹਿ ਦਈਏ। ਜੋ ਵੀ ਹੁੰਦਾ ਹੈ ਉਹ ਅੱਛੇ ਲਈ ਹੀ ਹੁੰਦਾ ਹੈ। ਤੋ ਇਹਨਾਂ ਸਾਰੀਆਂ ਗੱਲਾਂ ਨੂੰ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਦੇ ਹਾਂ, ਅਸੀਂ ਕਦੇ ਵੀ ਕਿਸੇ ਵੱਡੀ ਪ੍ਰੋਬਲਮ ਦੇ ਵਿੱਚ ਆਪਣਾ ਮਨੋਬਲ ਅਨਸਟੇਬਲ ਨਹੀਂ ਪਾਵਾਂਗੇ। ਅਦਰਵਾਈਜ਼ ਜੇ ਅਸੀਂ ਅਧਿਆਤਮਿਕਤਾ ਦਾ ਸਹਾਰਾ ਨਹੀਂ ਲੈਂਦੇ ਜਾਂ ਅਸੀਂ ਆਪਣੇ ਸਿਰਫ ਫਿਜ਼ੀਕਲ ਵਰਲਡ ਦੇ ਵਿੱਚ ਹੀ ਧਿਆਨ ਰੱਖਦੇ ਹਾਂ ਔਰ ਭੌਤਿਕ ਦੁਨੀਆ ਦੇ ਵਿੱਚ ਹੀ ਵਿਚਰਦੇ ਹਾਂ ਔਰ ਆਪਣੇ ਸਪਿਰਿਚੁਅਲ ਕੋਸ਼ੈਂਟ ਨੂੰ ਯਾਨੀ ਕਿ ਆਪਣੇ ਇਮੋਸ਼ਨਲ ਔਰ ਸਪਿਰਿਚੁਅਲ ਕੋਸ਼ੈਂਟ ਦਾ ਕਦੇ ਵੀ ਧਿਆਨ ਨਹੀਂ ਦਿੰਦੇ ਤਾਂ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਝ ਐਸੀ ਸਿਚੁਏਸ਼ਨਸ ਵਿੱਚ ਇਕੱਲੇ ਪਾਵਾਂਗੇ। ਸਾਨੂੰ ਲੱਗੇਗਾ ਕਿ ਸਾਡੇ ਨਾਲ ਤਾਂ ਕੋਈ ਹੈ ਹੀ ਨਹੀਂ। ਲੇਕਿਨ ਜੇ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਨਿਰਾਕਾਰ ਸ਼ਕਤੀ ਨੂੰ ਅਸੀਂ ਆਪਣੀ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇੱਕ ਦੋਸਤ ਵਾਂਗਰ ਨਾਲ ਰੱਖਾਂਗੇ ਤਾਂ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਕੱਲੇ ਨਹੀਂ ਪਾਓਗੇ। ਇਸੇ ਨਾਲ ਇਜਾਜ਼ਤ ਲੈਂਦੇ ਹਾਂ। ਉਮੀਦ ਕਰਦੇ ਹਾਂ ਤੁਹਾਡਾ ਜੀਵਨ ਔਰ ਤੁਹਾਡਾ ਸਫ਼ਰ ਖੁਸ਼ੀਆਂ ਭਰਿਆ ਹੋਵੇ। ਇਸ ਦੇ ਨਾਲ ਇਜਾਜ਼ਤ ਲੈਂਦੇ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ। ਓਮ ਸ਼ਾਂਤੀ।